ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਪੀਐਮ ਮੋਦੀ ਅਤੇ ਇਮਰਾਨ ਖਾਨ ਨੇ ਵੱਡਾ ਕੰਮ ਕੀਤਾ ਹੈ, ਕਿਹਾ ਨਵਜੋਤ ਸਿੰਘ ਸਿੱਧੂ ਨੇ। ਖਾਲਿਸਤਾਨੀ ਆਤੰਕਵਾਦੀ ਲੇਖਕ ਕੰਗਨਾ ਨੇ ਛੇੜਿਆ ਨਵਾਂ ਵਿਵਾਦ। ਮੁੱਖ ਮੰਤਰੀ ਚੰਨੀ ਨੇ ਬਿਆਸ ਸਬ ਤਹਿਸੀਲ ਦਾ ਕੀਤਾ ਉਦਘਾਟਨ। ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਵੇਂ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ। ਤੇ ਕੋਰ ਕਮੇਟੀ ਦੀ ਬੈਠਕ ਖਤਮ ਹੋਣ ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਨਵਜੋਤ ਸਿੰਘ ਸਿੱਧੂ ਦਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਕਰਤਾਰਪੁਰ ਸਾਹਿਬ ਜੀ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ CEO ਮੁਹੰਮਦ ਲਤੀਫ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਰਜਿੰਦਰ ਸਿੰਘ ਸਮਾਣਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਅਮਿਤ ਵਿਜ ਹੁਸ਼ਿਆਰਪੁਰ, ਮੰਤਰੀ ਅਰੁਣਾ ਚੌਧਰੀ, ਸੰਗਤ ਸਿੰਘ ਗਿਲਜੀਆ ਹਾਜ਼ਰ ਸਨ। ਇਸ ਮੌਕੇ ਨਵਜੋਤ ਸਿੰਘ ਅਤੇ ਉਹਨਾਂ ਦੇ ਸਾਥੀ ਮੰਤਰੀਆਂ ਵੱਲੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਬੇਨਤੀ ਕਰਕੇ ਸਰਬੱਤ ਦਾ ਭਲਾ ਮੰਗਿਆ। ਉਸ ਉਪਰੰਤ ਉਹਨਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸਿੱਧੂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਕੋਲੋਂ ਮੰਗ ਕਰਦੇ ਹੋਏ ਸ਼੍ਰੀ ਕਰਤਾਰਪੁਰ ਦੇ ਨਾਲ-ਨਾਲ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸਾਰੇ ਹੀ ਗੁਰਧਾਮਾਂ ਨੂੰ ਬਿਨਾਂ ਵੀਜ਼ਾ ਲਾਂਘੇ ਖੋਲ੍ਹਣੇ ਚਾਹੀਦੇ ਹਨ, ਤਾਂ ਜੋ ਸਾਰੇ ਹੀ ਧਰਮਾਂ ਦੇ ਸ਼ਰਧਾਲੂਆਂ ਦੀ ਜੋ ਆਸਥਾ ਤੇ ਸ਼ਰਧਾ ਜੁੜੀ ਹੋਈ ਹੈ ਉਹ ਪੂਰੀ ਹੋ ਸਕੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦਾ ਆਪਸੀ ਵਪਾਰ ਵੀ ਖੁੱਲ੍ਹਣਾ ਚਾਹੀਦਾ ਹੈ, ਤਾਂ ਜੋ ਦੋਵਾਂ ਦੇਸ਼ਾਂ ਦੀ ਆਪਸੀ ਸਾਂਝ ਦੇ ਨਾਲ-ਨਾਲ ਆਰਥਿਕ ਸਥਿਤੀ ਹੀ ਮਜ਼ਬੂਤ ਹੋਵੇਗੀ। ਅੱਜ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵੀ ਕ੍ਰਿਕਟ ਮੈਚ ਹੁੰਦੇ ਹਨ, ਉਸ ਦੀ ਇਜਾਜ਼ਤ ਵੀ ਭਾਰਤ ਸਰਕਾਰ ਦਿੰਦੀ ਹੈ, ਉਦੋਂ ਕਿਸੇ ਨੂੰ ਕੋਈ ਇਤਰਾਜ਼ ਕਿਉਂ ਨਹੀਂ ਹੁੰਦਾ। ਸਿੱਧੂ ਨੂੰ ਬੀਜੇਪੀ ਵੱਲੋਂ ਉਹਨਾਂ ਦੀ ਕੀਤੀ ਜਾ ਰਹੀ ਆਲੋਚਨਾ ਸੰਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹ ਬੀਜੇਪੀ ਦੀ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਹਮੇਸ਼ਾ ਪੰਜਾਬ ਵਿਰੋਧੀ ਗੱਲ ਕਰਦੇ ਹਨ। ਕਿ ਸਵਾਲ ਮਨਸ਼ਾ ਦਾ ਹੈ, ਸਵਾਲ ਇੰਟੈਂਟ ਦਾ ਹੈ, ਸਵਾਲ ਜ਼ਿੰਦਗੀਆਂ ਨੂੰ ਬਦਲਣ ਦਾ ਹੈ। ਭਾਈ ਹੋ ਸਕਦਾ ਹੈ ਐਡਾ ਵੱਡਾ ਪੋਰਸ ਬਾਰਡਰ ਹੈ, ਹੋ ਸਕਦਾ ਇਨਫਿਲਟ੍ਰੇਸ਼ਨ ਹੈ, ਲੇਕਿਨ ਸਾਡੇ ਸਭ ਜਵਾਨ ਸਾਰੇ ਮੁਸਤੈਦ ਨੇ। ਲੇਕਿਨ ਮੈਂ ਕਹਿੰਦਾ ਕੱਛ ਪੈਨਿਨਸੂਲਾ ਗੁਜਰਾਤ ਤੋਂ ਲੈ ਕੇ ਬੰਗਲਾਦੇਸ਼ ਤੱਕ ਬਾਰਡਰ ਹੈ, ਜਿੱਥੋਂ ਵੀ ਪਾਸਪੋਰਟ ਹੋਲਡਰ ਤਜਾਰਤ ਲਈ ਜਾ ਸਕਦਾ ਹੈ। यूरोप वांग खुलना चाहिए। There is a lot of unlocked potential. It is just a humble request. एक पंजाबी एक हिंदुस्तानी दी नीवा होके ये एक छोटी जी रिक्वेस्ट है कि तुहाडे राही ये गल पूरे एंड तक जावे, क्योंकि होर भी असीं बहुत कुछ कर रहे हैं। ਹੁਣ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਹ ਕਿਹਦੇ ਤਹਿਤ ਹੁੰਦਾ ਭਾਈ? ਹੱਥ ਮਿਲਾਏ ਜਾਂਦੇ ਆ, ਜੱਫੀਆਂ ਪਾਈਆਂ ਜਾਂਦੀਆਂ ਨੇ, ਕੰਗ੍ਰੈਚੁਲੇਟ ਕੀਤਾ ਜਾਂਦਾ ਹੈ। ਇੱਕ ਸਪੋਰਟ ਹੈ। 1700 ਤੇ ਜਿਹੜੀ 30 ਸਾਲ ਦੇ ਵਿੱਚ 1300 1400 ਵਧੀ ਹੈ, ਅੱਜ ਇੱਥੇ ਰੱਖੋ ਤੇ ਇੱਕ ਦਿਨ ਦੇ ਵਿੱਚ 1700 ਤੋਂ ਸਿੱਧੀ 3000 ਇੱਕ ਦਿਨ ਚ। 30 ਸਾਲ ਅੱਡ ਤੇ ਇੱਕ ਦਿਨ ਦੇ ਵਿੱਚ 1700 ਤੋਂ 3000। ਬਾਸਮਤੀ ਰੱਖੋ 3200 ਤੋਂ 7000। ਮਟਰ 5 ਰੁਪਏ ਉਧਰ 25 ਟੁੱਟਿਆ ਹੀ ਕਦੇ ਨਹੀਂ। ਟਮਾਟਰ 5 ਰੁਪਏ ਉਧਰ 50 ਤੋਂ ਟੁੱਟਿਆ ਹੀ ਕਦੇ ਨਹੀਂ। ਅਦਰਕ 22 ਰੁਪਏ ਉਧਰ 100। ਤੇ ਭਾਈ ਮੈਨੂੰ ਐ ਦੱਸੋ ਇਦੋਂ ਵੱਡੀ ਕਿਹੜੀ ਮਾਰਕੀਟ ਹੈ ਧਰਤੀ ਤੇ? ਗੱਲਾਂ ਛੋਟੀਆਂ 'ਚ ਪੈ ਜਾਂਦੇ ਆ। ਉਹ ਭਾਈ ਸਾਡੇ ਕਲਚਰ ਇੱਕ ਨੇ, ਜਿਹੜੇ ਅਸਲੀ ਸਮਝਦੇ ਨੇ ਉਹ ਜਾਣਦੇ ਨੇ ਕਿ 10 ਲੱਖ ਮਾਰਕਟ ਹੋਈ, ਕਿੰਨੇ ਲੋਕ ਬੇਅਬਰੂ ਹੋਏ, ਉਹ ਸਮਝਦੇ ਨੇ ਉਹ ਤੇ ਮਰਮ ਹੈ। ਭਾਈ ਸਾਡੇ ਸੱਭਿਆਚਾਰ ਇੱਕ, ਸਾਡੀ ਜ਼ਬਾਨ ਇੱਕ, ਸਾਡਾ ਪਹਿਰਾਵਾ ਇੱਕ, ਸਾਡਾ ਖਾਣ ਪਾਣ ਇੱਕ, ਉਹ ਹੋਰ ਤੇ ਹੋਰ ਸਾਡਾ ਟੌਰ ਟੱਪਾ ਇੱਕ, ਜਾਂ ਕਹੋ ਨਹੀਂ। ਇਸ ਕਰਕੇ ਇਹ ਗੱਲ ਅੱਗੇ ਵਧਣੀ ਚਾਹੀਦੀ ਹੈ। ਅਸੀਂ ਤੇ ਇਲਤਜਾ ਕਰ ਸਕਦੇ ਹਾਂ,
22 ਦੇਸ਼ਾਂ ਨਾਲ ਵਪਾਰ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ। ਸਾਡੇ ਦਾ ਮਹਾਰਾਜਾ ਰਣਜੀਤ ਸਿੰਘ ਔਰ ਭਗਤ ਸਿੰਘ ਵੀ ਸਾਂਝੇ ਹੈ। ਤੇ ਮੈਂ ਅੱਜ ਤੁਹਾਨੂੰ ਕਹਿਣਾ, ਜੇ 34 ਦੇਸ਼ਾਂ ਨੂੰ ਵਪਾਰ ਖੁੱਲਦਾ, ਔਰ ਜਦੋਂ ਪਹਿਲਾਂ ਵਪਾਰ ਚੱਲਦਾ ਸੀ 25% ਵਾਘਾ ਬਾਰਡਰ ਤੋਂ ਹੁੰਦਾ ਸੀ, ਤੇ 6 ਮਹੀਨਿਆਂ ਦੇ ਵਿੱਚ ਦੋਵੇਂ ਪੰਜਾਬ 60 ਸਾਲ ਦੀ ਤਰੱਕੀ ਕਰਨਗੇ ਔਰ ਮੁਲਕ ਤਰੱਕੀ ਕਰਨਗੇ। ਇਹ ਬੂਹੇ ਬਾਰੀਆਂ ਖੁੱਲਣੀਆਂ ਚਾਹੀਦੀਆਂ। ਇਹ ਬਾਬੇ ਨਾਨਕ ਦਾ ਫਲਸਫਾ ਪੂਰੀ ਦੁਨੀਆ ਦੇ ਵਿੱਚ ਅਮਲ ਚ ਆਉਣਾ ਚਾਹੀਦਾ। ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ, ਪਰ ਉਹਦੀ ਗੱਲ ਘੱਟ ਸੁਣਦੇ ਹਾਂ। ਆਪਸੀ ਭਾਈਚਾਰਾ, ਅਮਨ ਅਮਾਨ, ਕਿਰਤ ਸੱਭਿਆਚਾਰ, ਇਹ ਸਭ ਉਹਦੇ ਹੀ ਦਿੱਤੇ ਆ ਸਾਨੂੰ। ਤੇ ਇਸ ਕਰਕੇ ਮੈਂ ਅੱਜ ਵੀ ਪੰਜਾਬ ਦੇ ਵਿੱਚ ਜੇ 34 ਮਹੀਨਿਆਂ ਦਾ ਤੁਸੀਂ ਉਹ ਦੇਖੋ ਤੇ 5000 ਕਰੋੜ ਦਾ ਨੁਕਸਾਨ ਹੋਇਆ। ਕਰੀਬ 15 ਤੋਂ 20000 ਜੌਬਸ ਚਲੀਆਂ ਗਈਆਂ ਨੇ। ਚਲੋ ਕੱਢ ਲਈਆਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ, ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ, ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ। ਇਹਨੂੰ ਆਖ ਲਓ ਦੁਆ ਮੇਰੀ ਜਾਂ ਕਹਿ ਲਓ ਅਰਦਾਸ। ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ। ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਉਹ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਸਾਡਾ ਮੇਲ ਜੋਲ ਹੋਵੇ, ਸਾਡਾ ਮੇਲ ਜੋਲ ਹੋਵੇ, ਚੱਲੇ ਵਣਜ ਵਪਾਰ, ਚੱਲੇ ਵਣਜ ਵਪਾਰ। ਇਹ ਜੋ ਪਿਛਲੀ ਵਾਰ ਮੈਂ ਕਿਹਾ ਸੀ, ਇਹਨੂੰ ਅੱਗੇ ਵਧਾਉਣਾ। ਜਦੋਂ ਵਾਜਪਾਈ ਸਾਹਿਬ ਪਿਛਲੀ ਵਾਰ ਗਏ ਸੀ ਅਮਨ ਦਾ ਸੁਨੇਹਾ ਲੈ ਕੇ, ਪਿਆਰ ਦੀ ਬੱਸ ਲੈ ਕੇ, ਤੇ ਭਾਈ ਪੱਪਾ ਭਾਰ ਸੀ ਪੰਜਾਬ ਦੋਵੇਂ ਗੋਡੇ ਗੋਡੇ ਖੁਸ਼ ਹਰ ਬੰਦਾ। ਮੈਂ ਉੱਥੇ ਵੀ ਕਹਿ ਕੇ ਆਇਆ ਕਿ ਖੋਲੋ ਉਹਨਾਂ ਮੰਦਿਰਾਂ ਨੂੰ, ਜਾਣ ਦਿਓ ਵੱਧ ਤੋਂ ਵੱਧ ਜਥੇ ਬਾਬਾ ਨਾਨਕ ਦੇ ਜਨਮ ਸਥਾਨ ਤੇ। ਕਿਉਂ ਰੋਕਦੇ ਹੋ? ਕਿਉਂ 40-50 ਕਹਿੰਦੇ ਹੋ? ਭੇਜੋ 5000। ਉਹਨਾਂ ਕੋਲ ਪਾਸਪੋਰਟ ਨੇ, ਉਹਨਾਂ ਕੋਲ ਆਸਥਾ ਹੈ। ਆਪਦੇ ਬਾਪ ਦੇ ਦਰ ਦੇ ਉੱਤੇ ਕਿਉਂ ਨਹੀਂ ਮੱਥਾ ਲਾਣ ਦਿੰਦੇ? ਕਿਉਂ ਨਹੀਂ ਊਰਜਾ ਪਾਉਣ ਦਿੰਦੇ? ਇਹਨੂੰ ਰਿਲੀਜੀਅਸ ਟੂਰਿਜ਼ਮ ਕਹਿੰਦੇ ਆ। ਅੱਜ ਸਭ ਤੋਂ ਵੱਧ ਪੋਟੈਂਸ਼ੀਅਲ ਮੈਡੀਕਲ ਟੂਰਿਜ਼ਮ 'ਚ ਹੈ। ਜੋ ਹਾਰਟ ਦੀ ਸਰਜਰੀ ਅਮਰੀਕਾ 'ਚ ਹੁੰਦੀ ਹੈ, ਇੱਥੇ 10 ਗੁਣੇ ਸਸਤੀ ਹੁੰਦੀ ਹੈ, ਉਦੋਂ ਵੀ ਸਸਤੀ ਹੈ। ਗੋਡਾ ਬਦਲਾਉਣਾ ਹੋਵੇ, ਦੇਖੋ ਤੁਸੀਂ ਆ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਅਰਮੇਨਿਸਤਾਨ ਸਭ ਦਿੱਲੀ ਭੱਜੇ ਆਉਂਦੇ ਆ। ਕਰੇ ਪੰਜਾਬ ਮੈਡੀਕਲ ਟੂਰਿਜ਼ਮ ਦਾ ਆਗਾਜ਼, ਲੈ ਕੇ ਜਾਵੇ ਇੱਥੋਂ ਰੋਜ਼ਾ ਸ਼ਰੀਫ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜੰਗੇ ਆਜ਼ਾਦੀ, ਇਹ ਜੀਆਂ 20 ਥਾਵਾਂ। ਤੇ ਜੇ ਅੰਮ੍ਰਿਤਸਰ 1.25 ਲੱਖ ਬੰਦੇ ਆਉਂਦੇ, ਜੇ 50,000 4 ਦਿਨ ਰਹਿ ਜਾਣ ਤੇ ਪੰਜਾਬ ਦੀ ਇਕਨੋਮੀ ਖੜੀ ਕਰਦੇ। ਇਹ ਇਨਡਾਇਰੈਕਟ ਫਾਇਦੇ ਨੇ। ਸਾਨੂੰ ਇਹਨਾਂ ਪੈੜਾਂ ਦੇ ਉੱਤੇ ਤੁਰਨਾ ਪੈਣਾ। ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਜਰਮਨੀ, ਇਟਲੀ, ਜਾਪਾਨ ਇੱਕ ਪਾਸੇ, ਔਰ ਸਾਰਾ ਯੂਰਪ, ਭਾਵੇਂ ਉਹ ਪੋਲੈਂਡ, ਹੰਗਰੀ, ਆਸਟਰੀਆ, ਇੰਗਲੈਂਡ, ਫਰਾਂਸ, ਤਹਿਸ-ਨਹਿਸ ਕਰਤੇ। ਲੱਖਾਂ ਹੀ ਮੌਤਾਂ ਹੋਈਆਂ, ਖਰਬਾਂ ਦਾ ਨੁਕਸਾਨ ਹੋਇਆ, ਦੇਸ਼ ਤਬਾਹ ਬਰਬਾਦ ਹੋ ਗਏ। ਤੇ ਜਦੋਂ ਕੁਝ ਅਰਸਾ ਬੀਤਿਆ ਤੇ ਸਾਰੇ ਯੂਰਪ ਨੇ ਸੋਚਿਆ ਭਾਈ ਹੁਣ ਇਸ ਨੁਕਸਾਨ ਦੀ ਭਰਪਾਈ ਕਿਵੇਂ ਕਰਨੀ।
ਉਹਨਾਂ ਇਕੱਠੇ ਹੋ ਕੇ ਇੱਕ ਵੀਜ਼ਾ ਲਾਇਆ ਤੇ ਇੱਕ ਲਾਈਨ ਜੀ ਹੈ, ਉਹ ਲਾਈਨ ਤੋਂ ਸਾਰੇ ਦੇ ਸਾਰੇ ਬਾਰਡਰ ਖੋਲ ਦਿੱਤੇ। ਟੋਟਲ ਜਿੰਨੇ ਸੀ ਉਹ ਸਾਰੇ ਖੋਲ ਦਿੱਤੇ। ਤੇ ਤੁਸੀਂ ਇੱਕ ਵੀਜ਼ੇ ਦੇ ਉੱਤੇ ਇੰਗਲੈਂਡ ਚੋਂ ਨਿਕਲੋ, ਫਰਾਂਸ ਚੋਂ ਨਿਕਲੋ, ਆਸਟਰੀਆ ਤੇ ਸਾਰੇ ਯੂਰਪ ਨੂੰ ਘੁੰਮ ਲਓ 4 ਦਿਨਾਂ 'ਚ। ਇਹ ਮਿਆਦ ਕਰ ਦਿੱਤੀ ਉਹਨਾਂ। ਤੇ ਵੇਖੋ ਕਿਸ ਤਰੀਕੇ ਦੇ ਨਾਲ ਯੂਰਪ ਉੱਠਿਆ ਤੇ ਕਿਸ ਤਰੀਕੇ ਦੇ ਨਾਲ ਬਰਕਤ ਹੋਈ ਹੈ। ਤੇ ਮੈਂ ਵੀ ਅੱਜ ਆਸ ਕਰਦਾ, ਇੱਕ ਰਿਕੁਐਸਟ ਕਰਦਾ, ਇੱਕ ਫਰਿਆਦ ਕਰਦਾ ਕਿ ਅਗਰ ਪੰਜਾਬ ਦੀ ਜ਼ਿੰਦਗੀ ਬਦਲਣੀ ਹੈ ਤੇ ਅਗਲਾ ਸਟੈਪ ਇਹ ਹੈ, ਕਿਉਂ ਸਾਡਾ ਸਮਾਨ 2100 ਕਿਲੋ ਨਹੀਂ ਮੁੰਛਿਆ ਦੀ ਗੱਲ ਹੀ ਨਹੀਂ ਹੈ। ਮੈਂ ਕਿਸੇ ਦਾ ਉਹ ਨਹੀਂ ਕਰਨਾ। ਮੈਂ ਅੱਜ ਗੁਰੂ ਦੇ ਦਰ ਤੇ ਆਇਆ। ਜਿਹੜੀ ਪਿਛਲੀ ਗੱਲ ਕੀਤੀ ਸੀ ਉਦੋਂ ਵੀ ਇਹੀ ਕੀਤੀ ਸੀ। ਕਿਹਾ ਸੀ ਨਾ ਕਿਹਾ ਸੀ ਨਾ ਕਿ ਭਾਈ ਬਾਰਡਰ ਖੋਲੋ। ਕਿ ਆਪਣੇ ਲਈ ਕਿਹਾ? ਮੇਰੀ ਤੇ ਨਾ ਕੋਈ ਸੈਂਡ ਮਾਈਨ ਹੈ, ਨਾ ਕੋਈ ਦੁਕਾਨ ਹੈ ਤੇ ਨਾ ਪੰਜੀ ਦਾ ਕੋਈ ਵਪਾਰ ਹੈ ਭਾਈ। ਮੇਰਾ ਤਾਂ ਕੁਝ ਵੀ ਨਹੀਂਗਾ, ਮੇਰਾ ਤਾਂ ਕੁਝ ਵੀ ਨਹੀਂ। ਪਰ ਮੈਂ ਜਾਣਦਾ, ਮੈਂ ਇੱਕ ਮਿੰਟ, ਮੈਂ ਯਾਰ ਬੀਜੇਪੀ ਜੋ ਮਰਜ਼ੀ ਕਹੇ, ਜਿੰਨੇ ਮਰਜ਼ੀ ਮੈਂ ਕਹਿੰਦੇ ਕੋਈ ਆਰੋਪ ਨਹੀਂ ਲੈਣਾ। ਕੰਗਣਾ ਰਣੌਤ ਆਏ ਦਿਨ ਵਿਵਾਦਾਂ ਵਿੱਚ ਘਿਰੀ ਰਹਿੰਦੀ ਏ। ਹਾਲ ਹੀ ਵਿੱਚ ਉਸਨੇ ਜਿੱਥੇ ਪਹਿਲਾਂ ਦੇਸ਼ ਦੀ ਆਜ਼ਾਦੀ ਨੂੰ ਭੀਖ ਦੱਸਿਆ, ਉੱਥੇ ਬੀਤੇ ਦਿਨੀ ਉਸਨੇ ਕਿਸਾਨ ਅੰਦੋਲਨ ਦੀ ਜਿੱਤ ਨੂੰ ਲੈ ਕੇ ਭਾਰਤ ਨੂੰ ਜਿਹਾਦੀ ਮੁਲਕ ਤੱਕ ਆਖ ਦਿੱਤਾ। ਇਹ ਵਿਵਾਦ ਅਜੇ ਖਤਮ ਨਹੀਂ ਹੋਏ ਸਨ। ਹੁਣ ਉਸਨੇ ਇੱਕ ਹੋਰ ਪੋਸਟ ਇੰਸਟਾਗ੍ਰਾਮ ਤੇ ਸਾਂਝੀ ਕਰ ਦਿੱਤੀ ਏ। ਅਸਲ ਵਿੱਚ ਕੰਗਣਾ ਰਣੌਤ ਨੇ ਖਾਲਿਸਤਾਨ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿੱਚ ਕੰਗਣਾ ਲਿਖਦੀ ਏ, ਖਾਲਿਸਤਾਨੀ ਅੱਤਵਾਦੀਆਂ ਨੇ ਭਾਵੇਂ ਅੱਜ ਸਰਕਾਰ ਤੋਂ ਆਪਣੇ ਹੱਥ ਘੁਮਾ ਲਏ ਹੋਣ, ਪਰ ਇੱਕ ਮਹਿਲਾ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿਰਫ ਇੱਕੋ ਮਹਿਲਾ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸਨੇ ਇਸ ਦੇਸ਼ ਖਾਤਰ ਕਿੰਨਾ ਕੁਝ ਬਰਦਾਸ਼ਤ ਕੀਤਾ ਹੈ। ਉਸਨੇ ਆਪਣੀ ਜ਼ਿੰਦਗੀ ਗਵਾ ਕੇ ਇਹਨਾਂ ਨੂੰ ਮੱਛਰਾਂ ਵਾਂਗ ਮਸਲ ਦਿੱਤਾ, ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸ ਦੀ ਮੌਤ ਦੇ ਦਹਾਕਿਆਂ ਬਾਅਦ ਵੀ ਇਹ ਉਸ ਦੇ ਨਾਂ ਤੋਂ ਕੰਬਦੇ ਹਨ। ਇਹਨਾਂ ਨੂੰ ਉਸੇ ਤਰ੍ਹਾਂ ਦਾ ਗੁਰੂ ਚਾਹੀਦਾ ਹੈ। ਦੱਸ ਦਈਏ ਕਿ ਕੰਗਣਾ ਰਣੌਤ ਇੰਦਰਾ ਗਾਂਧੀ ਤੇ ਬਣਨ ਵਾਲੀ ਫਿਲਮ ਐਮਰਜੈਂਸੀ ਵਿੱਚ ਕੰਮ ਵੀ ਕਰ ਰਹੀ ਹੈ। ਅਜੇ ਵਿੱਚ ਉਸ ਵੱਲੋਂ ਇਸ ਤਰ੍ਹਾਂ ਦੀ ਪੋਸਟ ਸਿਰਫ ਫਿਲਮ ਲਈ ਸਸਤਾ ਪ੍ਰਚਾਰ ਮੰਨਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਬ ਤਹਿਸੀਲ ਬਿਆਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਇਲਾਕੇ ਭਰ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਰਿਹਾ। ਚੰਨੀ ਨੇ ਕਿਹਾ, ਅੱਜ ਮੈਂ ਡੇਰਾ ਬਿਆਸ ਰਾਧਾ ਸੁਆਮੀ ਡੇਰੇ ਵਿੱਚ ਪੁੱਜਾ ਹਾਂ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਉਹਨਾਂ ਤੋਂ ਲੰਗਰ ਛਕੇ ਹਨ, ਜਿਸ ਤੋਂ ਬਾਅਦ ਡੇਰੇ ਵੱਲੋਂ 5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਸਬ ਤਹਿਸੀਲ ਦਾ ਉਦਘਾਟਨ ਕੀਤਾ ਹੈ ਅਤੇ ਉਕਤ ਸਾਰੇ ਪੈਸੇ ਡੇਰਾ ਬਿਆਸ ਵੱਲੋਂ ਲਗਾਏ ਗਏ ਹਨ। ਉਹਨਾਂ ਨਵੀਂ ਸਬ ਤਹਿਸੀਲ ਦੀ ਸਮੂਹ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਡੀਜੀ ਦਾ ਪੈਨਲ ਦਿੱਲੀ ਗਿਆ ਹੈ, ਜਿਸ ਦੇ ਆਉਣ ਤੇ ਏਜੀ ਦੀ ਪੱਕੀ ਨਿਯੁਕਤੀ ਹੋਣੀ ਹੈ। ਸਬ ਤਹਿਸੀਲ ਬਿਆਸ ਦੇ ਉਦਘਾਟਨ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਚਾਇਤ ਘਰ ਬਿਆਸ ਵਿੱਚ ਲਗਾਈ ਸਟੇਜ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਤੇ ਇਲਾਕੇ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦੇਣ ਦਾ ਐਲਾਨ ਕੀਤਾ। ਇਸ ਸਾਰੇ ਪ੍ਰੋਗਰਾਮ ਦੌਰਾਨ ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਵੱਲੋਂ ਕਰੀਬ 2.5 ਘੰਟੇ ਪੰਡਾਲ ਵਿੱਚ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਨੂੰ ਬੈਠੇ ਰਹਿਣ ਲਈ ਮਜਬੂਰ ਕੀਤਾ ਗਿਆ। ਅੱਜ ਮੈਂ ਡੇਰਾ ਬਿਆਸ ਰਾਧਾ ਸੁਆਮੀ ਡੇਰੇ 'ਚ ਪਹੁੰਚਿਆ। ਉੱਥੇ ਬਾਬਾ ਜੀ ਦੇ ਦਰਸ਼ਨ ਕੀਤੇ ਹੈ, ਉਹਨਾਂ ਕੋਲ ਲੰਗਰ ਛਕੇ ਹੈ। ਉਸ ਤੋਂ ਬਾਅਦ ਡੇਰਿਆਂ ਵੱਲੋਂ ਇਹ ਜਿਹੜੀ ਸਬ ਤਹਿਸੀਲ ਹੈ, ਇਸ ਨੂੰ 5 ਏਕੜ ਜਗ੍ਹਾ ਦਿੱਤੀ ਗਈ ਹੈ ਤੇ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ। ਇਹ ਸਾਰੇ ਪੈਸੇ ਡੇਰਾ ਰਾਧਾ ਸੁਆਮੀ ਜੀ ਵੱਲੋਂ ਲਗਾਏ ਗਏ ਹੈ। ਮੈਂ ਡੇਰੇ ਦਾ ਬਹੁਤ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਰਕਾਰੀ ਕੰਮ ਦੇ ਵਿੱਚ ਸਾਨੂੰ ਅੱਛੀ ਇੱਕ ਬਿਲਡਿੰਗ ਬਣਾ ਕੇ ਦਿੱਤੀ ਹੈ, ਜਗ੍ਹਾ ਦਿੱਤੀ ਹੈ ਤੇ ਇੱਥੇ ਜਿਹੜੀ ਸਬ ਤਹਿਸੀਲ ਬਣੀ ਹੈ ਉਸ ਦਾ ਇਸ ਏਰੀਏ ਦੇ ਲੋਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ। ਧੰਨਵਾਦ। 22 ਤਰੀਕ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਜਾ ਰਹੇ ਨੇ, ਉਹ ਮਿਸ਼ਨ ਪੰਜਾਬ ਦੀ ਮੈਂ ਪੋਲੀਟੀਕਲ ਨਹੀਂ, ਮੈਨੂੰ ਤੁਸੀਂ ਇਹਦੇ ਨਾਲ ਸਮਝ ਕੱਲ ਨੂੰ ਏਜੀ ਨਵੇਂ ਲਾ ਦਿੱਤੇ ਹੈਗੇ ਆ। ਤੁਸੀਂ ਇੱਕ ਡੀਜੀ ਦਾ ਪੈਨਲ ਭੇਜਣਾ ਸੀ, ਉਹਦਾ ਕੀ ਬਣਿਆ? ਔਰ ਦੂਸਰਾ ਜਿਹੜੀ ਕਾਰਵਾਈ ਹੋਣੀ ਸੀਗੀ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਪਹਿਲੇ ਹੀ ਹਾਈ ਕੋਰਟ ਮੂਵ ਕਰ ਚੁੱਕੀ ਹੈ ਕਿ ਇਹ ਪੋਲੀਟੀਕਲ ਵੰਡੈਟਾ ਹੈਗਾ ਔਰ ਮੈਨੂੰ ਜਗਦੀਸ਼ ਭੁੱਲਾ ਕੇਸ ਦੇ ਵਿੱਚ ਪਾਰਟੀ ਬਣਾਇਆ ਜਾਵੇ। ਇਸ ਤਰ੍ਹਾਂ ਹੈ ਕਿ ਏਜੀ ਨਵੇਂ ਲੱਗੇ ਹੈ, ਡੀਜੀ ਦਾ ਪੈਨਲ ਦਿੱਲੀ ਗਿਆ ਹੋਇਆ। ਜੋ ਪੈਨਲ ਆਏਗਾ ਪੈਨਲ ਦੇ ਅਨੁਸਾਰ ਪੱਕੀ ਨਿਯੁਕਤੀ ਹੋਣੀ ਹੈ। ਜਿਹੜਾ ਮਜੀਠੀਏ ਦਾ ਕੇਸ ਹੈ
ਉਹ ਕੋਰਟ ਦੇ ਵਿੱਚ ਵੀ ਹੈ, ਪੰਜਾਬ ਸਰਕਾਰ ਦੇ ਵਿੱਚ ਵੀ ਡਰੱਗਸ ਦੇ ਖਿਲਾਫ ਐਸੀ ਲੜਾਈ ਲੜ ਰਹੇ ਹੈ। ਕਾਨੂੰਨ ਦੇ ਮੁਤਾਬਕ ਹੀ ਜੋ ਕੁਝ ਹੋਣਾ, ਜਿਸ ਤਰ੍ਹਾਂ ਕੇਸ ਚੱਲਣੇ ਹੈ ਜਾਂ ਚੱਲ ਰਹੇ ਹੈ ਜਾਂ ਕੋਰਟਾਂ ਦੇਖ ਰਹੀਆਂ, ਐਸੀ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਇੰਟਰਫੇਅਰ ਨਹੀਂ ਕਰ ਰਹੇ। ਕਾਨੂੰਨ ਆਪਣਾ ਰਾਸਤਾ ਆਪ ਦੇਖ ਰਿਹਾ। ਲਗਾਤਾਰ ਹੀ ਪੰਜਾਬ ਕਾਂਗਰਸ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅੰਮ੍ਰਿਤਸਰ ਤੇ ਖਾਸ ਕਰਕੇ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਇੱਕ ਵਾਰ ਫਿਰ ਓਮ ਪ੍ਰਕਾਸ਼ ਸੋਨੀ ਆਪਣੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਵਿੱਚ ਸੁਵਿਧਾ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਨਵੇਂ ਸੁਵਿਧਾ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਖੇਤੀ ਸੁਧਾਰ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਹੁਣ ਰੱਦ ਕੀਤਾ ਗਿਆ ਹੈ, ਇਹਨਾਂ ਨੂੰ ਬਹੁਤ ਦੇਰ ਪਹਿਲਾਂ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਗਈਆਂ ਨਾ ਜਾਂਦੀਆਂ। ਤੇ ਉਹਨਾਂ ਕਿਹਾ ਚਲੋ ਦੇਰ ਆਏ ਦਰੁਸਤ ਆਏ, ਅਸੀਂ ਫਿਰ ਵੀ ਕੇਂਦਰ ਸਰਕਾਰ ਦਾ ਖੇਤੀ ਸੁਧਾਰ ਕਾਨੂੰਨ ਰੱਦ ਕਰਨ ਤੇ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦੇ ਗੱਠਜੋੜ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਨਾਲ ਮਰਜ਼ੀ ਗੱਠਜੋੜ ਕਰਨ, ਕਾਂਗਰਸ ਨੂੰ ਉਸ ਨਾਲ ਕੋਈ ਵੀ ਫਰਕ ਨਹੀਂ ਪੈਣ ਵਾਲਾ। ਓਮ ਪ੍ਰਕਾਸ਼ ਸੋਨੀ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਪੰਜਾਬ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ, ਇਸ ਲਈ 2022 ਵਿੱਚ ਵੀ ਕਾਂਗਰਸ ਦੀ ਜਿੱਤ ਹੋਵੇਗੀ। ਔਰ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਕਾਂਗਰਸ ਨੇ ਪਹਿਲਾਂ ਹੀ ਪੰਜਾਬ ਵਿੱਚ ਰੱਦ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਿਰਫ ਰਾਜਨੀਤਿਕ ਲਾਹਾ ਲੈਣ ਵਾਸਤੇ ਬੀਜੇਪੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਹੈ। ਸਰਕਾਰ ਦਾ ਸਾਡੀ ਦਾ ਫੈਸਲਾ ਹੈ ਕਿ ਹਰ ਪੰਜਾਬ 'ਚ ਰਹਿਣ ਵਾਲੇ ਵਸਨੀਕ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਇੱਕੋ ਛੱਤ ਦੇ ਹੇਠਾਂ ਜਿਹੜੀਆਂ ਨੇ ਉਹ ਮਿਲਣਗੀਆਂ। ਸੋ ਅਸੀਂ ਸੁਵਿਧਾ ਕੈਂਪ ਜਿਹੜੇ ਆ ਉਹ ਲਾ ਰਹੇ ਆ। ਸੋ ਅੱਜ ਮੈਂ ਇੱਥੇ ਹਾਜ਼ਰ ਹੋਇਆ, ਆਪ ਵੇਖਣ ਆਇਆ। ਸੋ ਇਹ ਜਿਹੜੇ ਤਕਰੀਬਨ 18 ਡਿਪਾਰਟਮੈਂਟ ਇੱਕੋ ਜਗ੍ਹਾ ਤੇ ਅਸੀਂ ਇਕੱਠੇ ਕੀਤੇ ਨੇ, ਸਾਰੇ ਸਟਾਲ ਲਾਏ ਨੇ। ਸੋ ਲੋਕ ਜਿੱਥੇ ਜਿੱਥੇ ਜਿਸ ਕਿਸੇ ਦੀ ਮੁਸ਼ਕਿਲ ਆ ਉੱਥੇ ਜਾਣ ਤੇ ਉਸੇ ਵੇਲੇ ਜਿਹੜੀ ਆ ਉਹ ਮੁਸ਼ਕਿਲ ਉਹਦੀ ਹੱਲ ਜਿਹੜੀ ਆ ਉਹ ਕੀਤੀ ਜਾਏਗੀ। ਸਾਰੇ ਅਫਸਰ ਸਾਹਿਬਾਨ ਸਾਡੇ ਇੱਥੇ ਬੈਠੇ ਨੇ, ਸਾਰੇ ਜਿੰਨੇ ਵੀ ਸਟਾਲ ਲਾਏ ਨੇ। ਸੋ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਜਿਹੜੀ ਆ ਉਹ ਆਏਗੀ ਨਹੀਂ ਗੀ। 18 ਡਿਪਾਰਟਮੈਂਟ ਜਿਹੜੇ ਨੇ ਇੱਥੇ ਵੇਖ ਰਹੇ। ਸੋਨੀ ਸਾਹਿਬ, ਜਿੱਦਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਫੈਸਲਾ ਲਿੱਤਾ ਗਿਆ ਕਿਸੇ ਕਾਨੂੰਨ ਜਿਹੜੇ ਕਰ ਦਿੱਤੇ ਗਏ ਨੇ, ਪੰਜਾਬ ਦੇ ਸਮੀਕਰਨ ਜਿਹੜੇ ਨੇ ਬਦਲਦੇ ਪਏ ਨੇ। ਵੇਖੋ, ਮੈਂ ਸਮਝਦਾ ਇਹ ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ। ਸੋ 11 ਮਹੀਨੇ 'ਚ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਕਿਸਾਨਾਂ ਦਾ, ਜਿਹੜੇ ਕਾਲੇ ਕਾਨੂੰਨ ਦੇ ਅਗੇਂਸਟ ਜਿਹੜੇ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦਾ, ਉਹ ਕੱਲ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਲਿਆ। ਸੋ ਮੈਂ ਉਹਨਾਂ ਦਾ ਇਸ ਗੱਲ ਤੇ ਧੰਨਵਾਦ ਵੀ ਕਰਨਾ। ਇਹ ਪਹਿਲੋਂ ਜਾਣਾ ਚਾਹੀਦਾ ਸੀ। ਸੋ ਬਹੁਤ ਲੰਮਾ ਇਹ ਸੰਘਰਸ਼ ਚੱਲਿਆ ਕਿਸਾਨਾਂ ਦਾ। 700 ਕਿਸਾਨ ਜਿਹੜੇ ਨੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ ਇਸ ਸੰਘਰਸ਼ ਦੇ ਦੌਰਾਨ। ਸੋ ਬੜੀਆਂ ਮੁਸ਼ਕਲਾਂ ਜਿਹੜੀਆਂ ਨੇ ਕਿਸਾਨਾਂ ਨੂੰ ਫੇਸ ਕਰਨੀਆਂ ਪਈਆਂ ਨੇ। ਸੋ ਕੱਲ ਜਿਹੜਾ ਫੈਸਲਾ ਹੋਇਆ, ਮੈਂ ਸਮਝਦਾ ਉਹਨਾਂ ਬਹੁਤ ਵੱਡੀ ਰਾਹਤ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਅਲਾਈਅੰਸ ਕਰਨ ਨੂੰ ਕਿਹਾ ਵਾ ਬੀਜੇਪੀ ਦੇ ਨਾਲ, ਬੜਾ ਵੱਡਾ ਉਹਨਾਂ ਨੇ ਇੱਕ ਬਿਆਨ ਦਿੱਤਾ ਕੱਲ। ਇੱਕ ਪਾਸੇ ਉਹਨਾਂ ਨੇ ਆਪਣੀ ਪਾਰਟੀ ਦੀ ਮੈਂਬਰਸ਼ਿਪ ਖੋਲ ਦਿੱਤੀ ਹੈ। ਵੇਖੋ, ਉਹਨਾਂ ਨੇ ਹੁਣ ਆਪਣੀ ਪਾਰਟੀ ਨਵੀਂ ਬਣਾ ਲਈ ਜੀ। ਸੋ ਉਹਨਾਂ ਦਾ ਆਪਣਾ ਫੈਸਲਾ, ਉਹ ਕੀ ਕਰਨਗੇ, ਬੀਜੇਪੀ ਨਾਲ ਜਾਣਗੇ ਜਾਂ ਹੋਰ ਕਿਸੇ ਪਾਰਟੀ ਨਾਲ ਜਾਣਗੇ। ਸੋ ਇਹਨਾਂ ਕੈਪਟਨ ਸਾਹਿਬ ਨੇ ਆਪਣਾ ਫੈਸਲਾ ਜਿਹੜਾ ਆਪਣੀ ਪਾਰਟੀ ਦਾ ਆਪ ਕਰਨਾ। ਸੋਨੀ ਸਾਹਿਬ, ਆਮ ਆਦਮੀ ਪਾਰਟੀ ਦਾ ਕਹਿਣਾ ਹੈ, ਵੇਖੋ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਏਗਾ। ਸੋ ਬੀਜੇਪੀ ਦੇ ਅੱਗੇ ਵੀ ਇਲੈਕਸ਼ਨ ਲੜ ਰਹੀ, ਨੈਸ਼ਨਲ ਲੈਵਲ ਦੀ ਪਾਰਟੀ ਆ, ਕੋਈ ਨਵਾਂ ਇਲੈਕਸ਼ਨ ਨਹੀਂ ਉਹਨਾਂ ਲੜਨਾ। ਸੋ ਕੈਪਟਨ ਸਾਹਿਬ ਪਹਿਲੋਂ ਤੁਹਾਨੂੰ ਪਤਾ ਹੀ ਆ, ਉਹ ਕਾਂਗਰਸ ਪਾਰਟੀ ਦੇ ਚੀਫ ਮਿਨਿਸਟਰ ਵੀ ਰਹੇ ਨੇ। ਸੋ ਹੁਣ ਉਹਨਾਂ ਆਪਣੀ ਨਵੀਂ ਪਾਰਟੀ ਬਣਾ ਲਈ, ਜੇ ਲੈਂਸ ਹੁੰਦਾ ਵੀ ਆ। ਸੋ ਮੈਂ ਸਮਝਦਾ ਕੋਈ ਇਹੋ ਜਿਹੀ ਗੱਲ ਨਹੀਂ, ਕਾਂਗਰਸ ਦਾ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਣ ਵਾਲਾ। ਕਾਂਗਰਸ ਪਾਰਟੀ ਨੇ ਕੰਮ ਕੀਤੇ ਨੇ। ਸੋਨੀ ਸਾਹਿਬ, ਜਿਹੜੇ ਕਿਸਾਨਾਂ ਦਾ ਜਿਹੜੀ ਮੌਤ ਹੋਈ ਹੈ, ਜਿਹੜੀ ਸ਼ਹਾਦਤ ਹੋਈ ਹੈ, ਉਹ ਘਾਟਾ ਕਿਵੇਂ ਪੂਰਾ ਕੀਤਾ ਜਾਏਗਾ? ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੇ ਵਿੱਚ ਬਕਾਇਦਾ ਸੈਸ਼ਨ ਬੁਲਾਇਆ ਜਾਏਗਾ ਤੇ ਇਸ ਤੇ ਸ਼ਰਧਾਂਜਲੀ ਦਿੱਤੀ ਜਾਏਗੀ ਉਹਨਾਂ ਦੇ ਸ਼ਹੀਦਾਂ ਕਿਸਾਨਾਂ ਨੂੰ। ਵੇਖੋ, ਇਹ ਤਾਂ ਵੈਸੇ ਹੀ ਸਾਰਿਆਂ ਦਾ ਫਰਜ਼ ਬਣਦਾ। ਅਸੀਂ ਪੰਜਾਬ ਸਰਕਾਰ ਨੇ ਅਸੀਂ ਸੈਸ਼ਨ 'ਚ ਵੀ ਸ਼ਰਧਾਂਜਲੀ ਦਿੱਤੀ ਆ। ਸੋ ਫਰਜ਼ ਵੀ ਬਣਦਾ। ਸੋ ਜਿਹੜੀਆਂ ਕਿਸਾਨਾਂ ਦੀਆਂ ਕੀਮਤੀ ਜਾਨਾਂ ਗਈਆਂ ਨੇ, ਸੋ ਕਿਸਾਨ ਜਿਹੜਾ ਸਾਰੇ ਦੇਸ਼ ਦਾ ਨਹੀਂ, ਬਾਹਰਲੇ ਦੇਸ਼ਾਂ ਦਾ ਵੀ ਲੋਕਾਂ ਦਾ ਢਿੱਡ ਭਰਦਾ। ਸੋ ਜਿੰਨਾ ਕਿਸਾਨ ਨੂੰ ਅੰਨਦਾਤਾ ਕਿਹਾ ਗਿਆ, ਸੋ ਸਾਰੇ ਦਾ ਢਿੱਡ ਭਰਨ ਵਾਲਾ ਕਿਸਾਨ।
ਸੋ ਅੱਜ ਸਾਡਾ ਫਰਜ਼ ਵੀ ਬਣਦਾ, ਸਾਡੀ ਪਾਰਟੀ ਨੇ ਤੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ, ਕਿਸਾਨੀ ਦਾ ਸਾਥ ਦਿੱਤਾ। ਸੋ ਹੁਣ ਵੀ ਇਹ ਸੰਘਰਸ਼ ਕਾਂਗਰਸ ਪਾਰਟੀ ਨੇ ਸਭ ਤੋਂ ਵੱਡਾ ਜੇ ਕਿਸੇ ਨੇ ਸਾਥ ਦਿੱਤਾ ਤੇ ਕਾਂਗਰਸ ਪਾਰਟੀ ਨੇ ਦਿੱਤਾ। ਅਸੀਂ ਤਾਂ ਪੰਜਾਬ ਦੀ ਅਸੈਂਬਲੀ 'ਚ ਪਹਿਲੋਂ ਹੀ ਕਾਨੂੰਨ ਜਿਹੜੇ ਸੀ ਕਾਲੇ ਕਾਨੂੰਨ ਉਹਨਾਂ ਨੂੰ ਰੱਦ ਕਰਤਾ। ਸੋਨੀ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਵੀ 5 ਸਟੇਟਾਂ 'ਚ ਵਿਧਾਨ ਸਭਾ ਚੁਣਾਵ ਹੋਣ ਵਾਲੇ ਨੇ, ਉੱਤਰ ਪ੍ਰਦੇਸ਼, ਪੰਜਾਬ, ਹੋਰ ਵੀ ਸਟੇਟਾਂ 'ਚ ਬੀਜੇਪੀ ਕਿਤੇ ਨਾ ਕਿਤੇ ਕਿਸਾਨਾਂ ਦੀ ਦਬਾਅ ਦੇ ਥੱਲੇ ਆ ਕੇ ਡਰ ਗਈ ਸੀ, ਕਿਉਂਕਿ ਜਿਹੜੇ ਕੁਝ ਜਗ੍ਹਾ ਤੇ ਉਪ ਚੁਣਾਵਾਂ ਦੇ ਨਤੀਜੇ ਬੀਜੇਪੀ ਦੇ ਫੇਵਰ 'ਚ ਨਹੀਂ ਸੀ ਆਏ ਤੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਜੇ ਅਸੀਂ ਰੱਦ ਨਾ ਕਰਾਂਗੇ ਤੇ ਸਾਡੀ ਬਹੁਤ ਵੱਡੀ ਹਾਰ ਹੋ ਸਕਦੀ ਇਹ ਹੈ। ਸਿਆਸਤ ਨਾਲ ਜੁੜਿਆ ਹੋਇਆ ਫੈਸਲਾ ਸਮਝਦੇ ਹੋ? ਗੱਲ ਆ, ਇਹ ਤੇ ਸਾਰੀਆਂ ਪਾਰਟੀਆਂ ਵੇਖਦੀਆਂ ਨੇ ਵੀ ਸਾਨੂੰ ਬੈਨੀਫਿਟ ਕਿੱਥੇ ਹੁੰਦਾ ਜੀ ਸੋ ਬੀਜੇਪੀ ਨੇ ਵੇਖੋ ਹੁਣ ਇਲੈਕਸ਼ਨ ਸਿਰ ਤੇ ਆ ਗਏ, ਜੀ ਫੈਸਲਾ ਲਿਆ, ਮੈਂ ਸਮਝਦਾ ਬਹੁਤ ਚੰਗਾ ਕੰਮ ਕੀਤਾ। ਸੋ ਜਿੱਥੋਂ ਤੱਕ ਇਲੈਕਸ਼ਨ ਦਾ ਸਵਾਲ ਆ, ਸੋ ਇਹ ਹੁਣ ਬੀਜੇਪੀ ਨੇ ਵੇਖਿਆ ਕਿ ਸਾਡਾ ਬੈਨੀਫਿਟ ਕਿੱਥੇ ਆ। ਇਹ ਪਹਿਲੋਂ ਹੋ ਜਾਣਾ ਚਾਹੀਦਾ ਸੀ, ਇਹਨਾਂ ਲੇਟ ਜੋ ਕੀਤਾ ਪਹਿਲੋਂ ਹੋ ਜਾਣਾ ਚਾਹੀਦਾ ਸੀ। ਇਹ ਜਿਹੜੀਆਂ ਕੀਮਤੀ ਜਾਨਾਂ ਗਈਆਂ ਜਾਂ ਇੰਨਾ ਵੱਡਾ ਨੁਕਸਾਨ ਪਹਿਲੋਂ 11 ਮਹੀਨਿਆਂ 'ਚ ਹੋਇਆ, ਸੋ ਇਹ ਫੈਸਲਾ ਪਹਿਲੋਂ ਹੋ ਜਾਣਾ ਚਾਹੀਦਾ ਸੀ। ਚਲੋ ਦੇਰ ਆਵੇ ਦਰੁਸਤ ਆਵੇ, ਜੇ ਹੁਣ ਵੀ ਹੋ ਗਿਆ ਤਾਂ ਬਹੁਤ ਵਧੀਆ। ਐਮਐਸਪੀ ਨੂੰ ਲੈ ਕੇ ਹਜੇ ਵੀ ਧਰਨਾ ਆਪਣਾ ਖਤਮ ਨਹੀਂ ਕਰ ਰਹੇ, ਉਹਨਾਂ ਦਾ ਕਹਿਣਾ ਕਿ ਕਿਸਾਨ ਦਾ ਕਹਿਣਾ ਕਿ ਜਦ ਤੱਕ ਯਕੀਨੀ ਇਸ ਲਿਖਤ ਦੇ ਵਿੱਚ ਦੇਖੋ ਇਹ ਉਹਨਾਂ ਦੀ ਮੀਟਿੰਗ ਆ, ਸ਼ਾਇਦ ਅੱਜ ਜਾਂ ਕੱਲ ਉਹਨਾਂ ਦੀ ਮੀਟਿੰਗ ਆ, ਕਿਸਾਨ ਜਥੇਬੰਦੀਆਂ ਦੇ ਕੀ ਫੈਸਲਾ ਕਰਦੇ ਨੇ ਇਹ ਕਿਸਾਨਾਂ ਨੇ ਸਵਾਲ ਹੈ ਜੀ, ਰੋਡ ਹੈ ਜੀ ਉਹ ਨਾਈਆਂ ਵਾਲੇ ਮੋੜ ਤੋਂ ਉਹ ਵੇਖੋ ਜੀ ਉੱਥੇ ਆਰਮੀ ਵੀ ਉਹਦੇ ਚ ਇੰਟਰਵਿਊ ਕਰਦੇ ਨੇ। ਸਾਡੇ ਲੋਕ ਪੂਰਾ ਤਿਆਰ ਆ, ਸਾਡੇ ਲੋਕ ਟੈਂਡਰ ਵੀ ਹੋ ਗਿਆ, ਪੈਸੇ ਵੀ ਦੇ ਦਿੱਤੇ, ਉਹ ਆਰਮੀ ਨੇ ਕੰਮ ਰੋਕਿਆ। ਸਾਡੀ ਤੇ ਇਹੋ ਹੀ ਖਾਸ਼ ਆ ਵੀ ਇਹ ਕੰਮ ਜਿਹੜਾ ਜਲਦੀ ਹੋ। ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਬੈਠਕ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬਿਆਨ ਜਾਰੀ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ 22, 26 ਅਤੇ 29 ਨਵੰਬਰ ਨੂੰ ਜਿਹੜੇ ਪ੍ਰੋਗਰਾਮ ਹੋਣ ਵਾਲੇ ਹਨ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ। ਜੇਕਰ ਸਰਕਾਰ ਨੇ ਗੱਲਬਾਤ ਕਰਨੀ ਹੈ ਤਾਂ ਉਹ ਗੱਲ ਕਰੇ। ਜੇਕਰ ਸ਼ੁਰੂ ਵਿੱਚ ਹੀ ਗੱਲਬਾਤ ਹੋ ਗਈ ਹੁੰਦੀ ਤਾਂ ਇੰਨੇ ਕਿਸਾਨਾਂ ਦੀ ਮੌਤ ਨਾ ਹੁੰਦੀ। ਦਿੱਲੀ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ, ਜਿਸ ਵਿੱਚ ਕਿ ਦਿੱਲੀ ਤੋਂ ਜਲ ਬੋਰਡ ਦੇ ਚੇਅਰਮੈਨ ਤੇ ਰਾਸ਼ਟਰੀ ਬੁਲਾਰਾ ਅਤੇ ਪੰਜਾਬ ਦੇ ਇੰਚਾਰਜ ਐਮਐਲਏ ਰਾਘਵ ਚੱਡਾ ਪਹੁੰਚੇ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਡਾ ਨੇ ਕਿਹਾ ਕਿ ਬੀਤੇ ਦਿਨੀ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਹੈ, ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਹੈ ਅਤੇ ਇਸ ਜਿੱਤ ਦਾ ਹੱਕਦਾਰ ਵੀ ਸਿਰਫ ਤੇ ਸਿਰਫ ਕਿਸਾਨ ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਖੁਸ਼ ਨਹੀਂ ਕਰ ਸਕੇ, ਇਸ ਲਈ ਉਹ ਮਾਫੀ ਮੰਗਦੇ ਹਨ। ਇਸ ਦੇ ਬੋਲਦੇ ਰਾਘਵ ਚੱਡਾ ਨੇ ਕਿਹਾ ਕਿ ਮੁਆਫੀ ਮਾਫ ਕਰਨ ਯੋਗ ਨਹੀਂ ਹੈ ਤੇ ਦੇਸ਼ ਦੀ ਜਨਤਾ ਚੋਣਾਂ ਦੌਰਾਨ ਇਸ ਦੀ ਸਜ਼ਾ ਬੀਜੇਪੀ ਨੂੰ ਜ਼ਰੂਰ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਦਾ ਗੱਠਜੋੜ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ, ਇਸ ਚੋਰਾਂ ਨੇ ਬੋਲਿਆ ਹੈ ਕਿ ਜੋ ਵੀ ਵਿਅਕਤੀ ਆਪਣਾ ਰਾਜਨੀਤਿਕ ਸਫ਼ਰ ਬੀਜੇਪੀ ਨਾਲ ਸਾਂਝਾ ਕਰੇਗਾ ਉਹ ਵੀ ਬੀਜੇਪੀ ਵਾਂਗ ਹੀ ਮਿੱਟੀ ਵਿੱਚ ਮਿਲ ਜਾਵੇਗਾ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਕਹਿ ਰਹੇ ਸਨ ਕਿ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਸਿਰਫ ਉਹਨਾਂ ਦਾ ਧਰਨਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਹੁੰਦਾ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਕਲੌਤੀ ਐਸੀ ਪਾਰਟੀ ਹੈ ਜਿਨ੍ਹਾਂ ਨੇ ਅਸੈਂਬਲੀ ਹਾਊਸ ਵਿੱਚ ਖੇਤੀ ਕਾਨੂੰਨ ਨੂੰ ਫਾੜ ਕੇ ਇਸ ਦਾ ਵਿਰੋਧ ਕੀਤਾ। ਆਖਿਰ ਵਿੱਚ ਉਹਨਾਂ ਕਿਹਾ ਕਿ 22 ਨਵੰਬਰ ਤੋਂ ਕੇਜਰੀਵਾਲ ਸਾਹਿਬ ਮਿਸ਼ਨ ਪੰਜਾਬ ਸ਼ੁਰੂ ਕਰਨ ਵਾਲੇ ਹੈ ਅਤੇ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਉਮੀਦਵਾਰ ਵੀ ਸਾਹਮਣੇ ਆ ਜਾਵੇਗਾ। देखिए, सबसे पहले तो किसान के संघर्ष की जीत हुई है और इस इतनी बड़ी फतेह के अगर कोई असली हकदार हैं तो वो हमारा अन्नदाता देश का किसान है। जहाँ तक बीजेपी की बात है, मोदी साहब की बात है, उन्होंने अपना गुनाह कबूला है। गुनाह कबूलने वाले को सज़ा दी जाती है, शाबाशी नहीं दी जाती है। दोज हु प्लीड गिल्टी are awarded a sentence, not rewarded with appreciation। तो बीजेपी को तो पंजाब की और पूरे देश की जनता समय आने पे सज़ा देगी, लेकिन जो अभी फैसला आया ये बहुत बड़ा फैसला है और आज़ाद भारत के इतिहास में सबसे बड़ा जन आंदोलन, एक ऐसा आंदोलन जिसमें देश के किसान ने ना दिन देखा ना रात देखी, ना धूप देखी ना छाँव देखी, ना सर्दी देखी ना गर्मी देखी, संघर्ष करते रहे। उनकी इस संघर्ष को सलाम करते हैं हम सब। आज देश के किसान के संघर्ष के सामने नतमस्तक हैं, उन्हें बहुत बहुत बधाई देते हैं। कैप्टन साहब बीजेपी के साथ हाथ मिलाने की तैयारी कर रहे हैं, इस तरह की बातें आ रही हैं जी कि कैप्टन बीजेपी से हाथ मिलाएंगे और लगता है अकाली दल भी कहीं ना कहीं दूर से इनके साथ मिल जाएगा। बीजेपी का हाल तो
पंजाब में ये है कि हम तो डूबेंगे सनम, साथ तुम्हें भी ले डूबेंगे। इसमें कौन डूबेगा जी? तो जरा बोल के बताइए। बीजेपी तो डूब ही रही है, साथ जो भी जुड़ेगा वो भी साथ में डूबेगा उनके। अब जिस जिसको डूबने का शौक है, अकालियों को शौक है, कैप्टन साहब को शौक है, जिसको शौक है वो बीजेपी के साथ उसके मगर से चल रहे। कैप्टन उनका साहब कहते हैं मैं शुरू से पानी का राखा माना जाता था। ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ। ਕਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਵਰਡ ਨੂੰ ਕਿ ਅਸੀਂ ਕਿਸਾਨਾਂ ਨੂੰ कौन बोले जी? मोदी बोले हैं कि ऐसी किसानों को समझा नहीं पाए। देखिए, जब कानून आता है, जिसके लिए कानून बनाया गया, अगर वो ही इस बात को समझ जाए और ये कहे कि ये कानून हमारे हित में नहीं है, तो ऐसा कानून लाने की क्या ज़रूरत? ये तो सब जानते हैं कि फार्मिंग का, खेती का कॉर्पोरेटाइजेशन करने के लिए कानून लाए गए, 2 गुजरातियों को फ़ायदा देने के लिए कानून लाया गया, ये तो सब जानते हैं। और आज देश के किसान ने एक बहुत लंबा संघर्ष लड़ा है। कोई पॉलिटिकल पार्टी इस संघर्ष के लिए वाहवाही नहीं लूट सकती। ये किसान का पाक साफ ए पॉलिटिकल, बिना किसी सियासत के संघर्ष रहा है और हम नतमस्तक होकर सलाम करते हैं किसानों को। कांग्रेस पार्टी कहती हमने भी जंतर मंतर पे धरना लगाया था और वो धरने के कारण हाँ, लगाया था, उन्होंने धरना लगाया था और 12 बजे लगाते थे, उनके एमपी बैठते थे, 4 बजे तक घर चले जाते थे। बहुत सफल धरना था। वो कहते जी आम आदमी पार्टी ने कभी भी प्रोटेस्ट नहीं किया बिजली बिल के खिलाफ, इन खेती बिलों के खिलाफ कभी भी ना दिल्ली बंद करवाई, ना कभी प्रोटेस्ट किया। अरविंद केजरीवाल जी इकलौते ऐसे नेता पूरे देश में, भारत देश के इकलौते ऐसे नेता जिन्होंने दिल्ली विधानसभा की पटल पे खड़े होकर, हाउस में, असेंबली में, तीनों काले कानून फाड़ के एक स्नेहा दिया, एक मैसेज दिया कि हम काले कानून के खिलाफ हैं। अगर संसद में सबसे ज़्यादा बुलंदी से किसी ने आवाज़ उठाई तो हमारे भगवंत मान और हमारे एमपी संजय सिंह ने उठाई। तो हम तो संसद से लेकर सड़क तक किसानों के साथ खड़े थे, खड़े हैं, खड़े रहेंगे और आने वाले समय में भी देश के किसान का विश्वास आम आदमी पार्टी में, पाक साफ लोगों में सदैव बना रहेगा। सर, अकाली दल और ये जो टाई अप नया सामने आ रहा, अभी हुआ नहीं है, अकाली दल, कैप्टन और बीजेपी, क्या इससे आम आदमी पार्टी को फर्क पड़ेगा? देखिए, मैंने तो आपको कहा कि बीजेपी का इस समय यही हाल है कि हम तो डूबेंगे सनम, साथ तुम्हें भी ले डूबेंगे। तो जो डूबना चाहता है वो बीजेपी की गोद में जाकर बैठ जाए। और पूरा पंजाब इस बात को जानता है कि नरेंद्र मोदी साहब पंजाब की 4 पार्टियों को रिमोट कंट्रोल से चलाते हैं। अपनी पार्टी बीजेपी को, मायावती जी की पार्टी बीएसपी को, बादलों की शिरोमणि अकाली दल को और कांग्रेस पार्टी को। इन चारों पार्टियों को नरेंद्र मोदी जी रिमोट कंट्रोल से चलाते हैं। अब आप बीएसएफ का एग्जाम्पल ले लीजिए। सीएम बनने के कुछ ही हफ्तों बाद चन्नी साहब की ऐसी मजबूरियां हो जाती हैं कि चन्नी साहब को आधा पंजाब 50,000 स्क्वायर किलोमीटर में से 27,000 स्क्वायर किलोमीटर मोदी साहब को सौंप के आना पड़ता है, मोदी जी की झोली में डाल के आना पड़ता है। क्यों? क्योंकि पंजाब की कांग्रेस को भी नरेंद्र मोदी जी अपनी रिमोट कंट्रोल से चलाते हैं। तो ये सारी पार्टियां एक होकर लड़ेंगी और इनका मुकाबला एक शख्स से होगा, उस शख्स का नाम है अरविंद केजरीवाल। क्या अरविंद केजरीवाल पंजाब के मुख्यमंत्री बन सकते हैं? क्या आपको सवाल है? इलेक्शन होने वाले हैं, इलेक्शन 2 महीनों के 3 महीनों के बाद शुरू हो जाएंगे। अब इस चेंज के बाद क्या, कैसे देखते हैं, सिनेरियो क्या रहेगा? देखिए, ये तो आने वाला समय बताएगा। आज ये कहना बहुत मुश्किल है, लेकिन इतना मैं ज़रूर कह सकता हूं कि ये 3 काले कानून बनाने में कैप्टन साहब, मनप्रीत बादल और कांग्रेस पार्टी पूरी तरीके से हकदार थी, इसकी भागीदार थी और इन लोगों ने ये काले कानून ड्राफ्ट करवाए। हरसिमरत कौर बादल कैबिनेट की मंत्री थी, उन्होंने इन काले कानूनों को पास करवाया। तो जहां एक तरफ कांग्रेस पार्टी जननी थी, मां थी, इन सारे काले कानूनों के फादर कहें तो वो शिरोमणि अकाली दल था। तो इन दोनों की तो किसान विरोधी मानसिकता जग जाहिर है, पूरा पंजाब जानता है। सर, एक आखिरी सवाल, इसका जवाब स्पष्ट नहीं मिलेगा। आम आदमी पार्टी जब आपको पता है तो चेहरा कब देगी वो उतना? अब देखिए, मैं बता सवाल पूछते हैं, नहीं, मैं जवाब दें। मैं आपके माध्यम से, आपके थ्रू पंजाब के लोगों को भी ये कहना चाहता हूँ कि अब इंतजार की घड़ियां खत्म होने को आई हैं। बहुत जल्द दिनों में है, बहुत जल्द आम आदमी पार्टी अपने सीएम चेहरे का ऐलान करेगी। मैं समझ सकता हूँ ये बेताबी, क्योंकि हर व्यक्ति
हर पंजाब का आदमी अपना अगला मुख्यमंत्री का चेहरा देखना चाहता है। वो चेहरा आपको दिखाएंगे, खूब जोर शोर से दिखाएंगे। और हर पॉलिटिकल पार्टी का एक अधिकार होता है, एक राइट होता है, एक हक होता है अपना, कि वो कब मुख्यमंत्री का चेहरा ऐलाने। ये हमारी स्ट्रैटेजी का हिस्सा है। बहुत जल्दी ऐलान दो तो उसके कुछ प्रोज एंड कॉन्स होते हैं, बहुत देर से ऐलानो तो उसके कोई प्रोज एंड कॉन्स होते हैं। तो जो टाइमिंग का मसला होता है वो बड़ा सटीक होना चाहिए, बड़ा जबरदस्त होना चाहिए। तो आने वाले समय में आपको जरूर बताएंगे। ये हमारी पॉलिटिकल स्ट्रैटेजी। मीटिंग हुई है केजरीवाल साहब की, केजरीवाल साहब सबसे मिलते हैं और बड़े बड़े लोग। मिशन पंजाब भी आप चला रहे हैं, शुरू कर रहे हैं जी। देखिए 22 तारीख को माननीय मुख्यमंत्री अरविंद केजरीवाल जी, आम आदमी पार्टी के प्रधान अरविंद केजरीवाल जी पंजाब आ रहे हैं। 22 तारीख से केजरीवाल का मिशन पंजाब शुरू होने जा रहा है और अब आप देखेंगे कि कैसे अब पूरा पंजाब एकजुट होकर इस बार एक आवाज में कहेगा, एक मौका केजरीवाल नू, एक मौका झाड़ू नू। सर नवजोत सिंह ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕੱਲ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਕਾਂਗਰਸ ਜਨਰਲ ਸਕੱਤਰ ਪ੍ਰਿयंका ਗਾਂਧੀ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰਿयंका ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਾਰ ਹੇਠਾਂ ਕੁਚਲ ਕੇ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ। ਪ੍ਰਿयंका ਗਾਂਧੀ ਨੇ ਕਿਹਾ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕੁਚਲਣ ਦਾ ਦੋਸ਼ ਹੈ, ਪਰ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪੀਐਮ ਮੋਦੀ ਦੋਸ਼ੀਆਂ ਨਾਲ ਸਟੇਜ ਸਾਂਝੀ ਕਰਦੇ ਹੋ ਤਾਂ ਸਿੱਧਾ ਸੁਨੇਹਾ ਜਾਵੇਗਾ ਕਿ ਤੁਸੀਂ ਕਿਸਾਨਾਂ ਨੂੰ ਕੁਚਲਣ ਵਾਲੇ ਲੋਕਾਂ ਨੂੰ ਸੁਰੱਖਿਆ ਦੇ ਰਹੇ ਹੋ। ਪ੍ਰਿयंका ਨੇ ਅੱਗੇ ਕਿਹਾ, ਜੇਕਰ ਕਿਸਾਨਾਂ ਪ੍ਰਤੀ ਤੁਹਾਡੀ ਨੀਅਤ ਸਾਫ਼ ਹੈ ਤਾਂ ਅੱਜ ਲਖਨਊ ਵਿੱਚ ਪੁਲਿਸ ਡਾਇਰੈਕਟਰ ਜਨਰਲ ਦੀ ਕਾਨਫਰੰਸ ਵਿੱਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨਾਲ ਨਾ ਬੈਠਣ। ਪ੍ਰਿयंका ਨੇ ਕਿਹਾ, ਇਨਸਾਫ ਦੇਣ ਲਈ ਤੁਹਾਨੂੰ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਪ੍ਰਿयंका ਨੇ ਮੰਗ ਕੀਤੀ ਕਿ ਸਰਕਾਰ ਸਾਰੇ ਕਿਸਾਨਾਂ ਖਿਲਾਫ ਚੱਲ ਰਹੇ ਕੇਸ ਵਾਪਸ ਲਵੇ ਤੇ ਪੀੜਿਤ परिवारों को आर्थिक मदद देवे। उनकी पुलिस के आला अफसरों के साथ एक कॉन्फ्रेंस है। इस विषय में मैंने उनको एक पत्र लिखा है। आपके माध्यम से मैं उस पत्र को देश और प्रदेश के सामने रखना चाहती हूँ। आदरणीय प्रधानमंत्री जी नमस्कार। लखनऊ आगमन पर आपका स्वागत। कल आपने 3 काले कृषि कानूनों को किसानों पर थोपने के अत्याचार को स्वीकार करते हुए उन्हें वापस लेने की घोषणा की। मैंने अखबारों में पढ़ा है कि आज आप लखनऊ में होने वाली डीजीपी कॉन्फ्रेंस में देश की कानून व्यवस्था संभालने वाले आला अधिकारियों से चर्चा करेंगे। लखीमपुर किसान नरसंहार में अन्नदाताओं के साथ हुई क्रूरता को पूरे देश ने देखा। आपको ये जानकारी भी है कि किसानों को अपनी गाड़ी से कुचलने का मुख्य आरोपी आपकी सरकार के केंद्रीय गृह राज्य मंत्री का बेटा है। राजनीतिक दबाव के चलते इस मामले में उत्तर प्रदेश सरकार ने शुरुआत से ही न्याय की आवाज़ को दबाने की कोशिश की है। माननीय उच्चतम न्यायालय ने इस संदर्भ में कहा है कि सरकार की मंशा देखकर लगता है कि सरकार किसी विशेष आरोपी को बचाने का प्रयास कर रही है। अगर देश के किसानों के प्रति आपकी नीयत सचमुच साफ है तो आज अपने केंद्र गृह राज्य मंत्री के साथ मंच पर विराजमान मत होइए, उनको बर्खास्त कीजिए। देश भर में किसानों पर हुए मुकदमों को वापस लीजिए और सभी शहीद किसानों के परिवारों को आर्थिक अनुदान दीजिए। पंजाब पुलिस ਅਤੇ BSF ਵੱਲੋਂ ਫਾਜ਼ਿਲਕਾ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਵੀ ਕੀਤੀ ਗਈ ਅਤੇ ਉਹਨਾਂ ਦੇ ਕਾਗਜ਼ ਚੈੱਕ ਕੀਤੇ ਗਏ। ਫਾਜ਼ਿਲਕਾ ਦੇ DSP ਜੋਰਾ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ BSF ਦੇ ਨਾਲ ਮਿਲ ਕੇ ਇਸ ਕਾਰਵਾਈ ਨੂੰ ਕਰ ਰਹੀ ਹੈ ਤਾਂ ਕਿ ਮਾੜੇ ਅਨਸਰ ਤੇ ਠੱਲ ਪਾਈ ਜਾ ਸਕੇ। ਉਹਨਾਂ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਹ ਚੈਕਿੰਗ ਕਿਸ ਮਕਸਦ ਨਾਲ ਕੀਤੀ ਜਾ ਰਹੀ ਹੈ ਜੀ? ਅਸੀਂ ਵੀ ਹਾਲਾਤਾਂ ਨੂੰ ਦੇਖਦੇ ਹੋਏ ਜੋ ਅੱਜ ਕੱਲ੍ਹ ਜੋ ਹਾਲਾਤ ਹੌਲੀ ਹੌਲੀ ਵਿਗੜਦੇ ਜਾ ਰਹੇ ਨੇ, ਜੋ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜੀ BSF ਦੇ ਨਾਲ ਇਹ ਅੱਜ ਇੱਕ ਸਾਂਝਾ ਇਹ ਅਭਿਆਨ ਚਲਾਇਆ ਵੀ ਤਾਂ ਵੀ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾਵੇ। ਉਸ ਤੋਂ ਇਲਾਵਾ ਗੱਡੀਆਂ ਦੀ ਫੈਕਟਰੀ ਕਰਕੇ ਚੈਕਿੰਗ ਕਰਕੇ ਕੋਈ ਦੇਖਿਆ ਜਾਵੇ ਕੋਈ ਇਸ ਤਰ੍ਹਾਂ ਦਾ ਵੀ ਸ਼ਹਿਰ 'ਚ ਕੋਈ ਗੁੰਡਾ ਅੰਸਰ ਤਾਂ ਨਹੀਂ ਹੁੰਦਾ ਕਿ ਅੱਗੇ ਨੂੰ ਆਉਣ ਵਾਲੇ ਸਮੇਂ 'ਚ ਕੋਈ ਘਟਨਾ ਨਾ ਹੋ ਸਕੇ। ਜੀ
ਹੁਣ ਤੱਕ ਜਿੱਥੇ ਵੀ ਚੈਕਿੰਗ ਕੀਤੀ ਗਈ, ਜੋ ਕੀਤਾ ਗਿਆ ਸਾਰਾ ਕੋਈ ਹਾਲਾਤ ਠੀਕ ਨੇ, ਪਰ ਜੇ ਅਸੀਂ ਇੰਨੇ ਕਹਾ ਚੈਕਿੰਗ ਕਰਾਂਗੇ, ਜੋ ਮਾੜੇ ਅੰਸਰ ਹੈ ਇੰਨੇ ਸਾਡਾ ਦੇਖ ਕੇ ਪ੍ਰਭਾਵ ਦੇਖ ਕੇ ਇੱਥੋਂ ਭੱਜ ਜਾਣਗੇ। ਅਸੀਂ ਇਸ ਨੂੰ ਕਹਾਂਗੇ ਇੱਕ ਤਾਂ 11 ਵਜੇ ਨਾਲ ਰਲ ਕੇ ਸਾਂਝਾ ਆਪਰੇਸ਼ਨ ਕਰਾਂਗੇ। ਜੇ ਕੋਈ ਗੱਲ ਇਸ ਤਰ੍ਹਾਂ ਦੀ ਸਾਹਮਣੇ ਆਈ ਤਾਂ ਉਹ ਤਾਂ ਕਾਰਵਾਈ ਕਰਾਂਗੇ। ਨਹੀਂ, ਇਹ ਤਾਂ ਜੇ ਆਪਣਾ ਜੋ ਸ਼ਹਿਰ ਹੈ ਬਿਲਕੁਲ ਬਾਰਡਰ ਦੇ ਨੇੜੇ ਹੋਣ ਕਰਕੇ ਜੇ ਇਹਨਾਂ ਦੀ ਹੈਲਪ ਲਈ ਜਾ ਸਕਦੀ ਹੈ, ਵੀ ਇਹ ਬਿਲਕੁਲ ਨਿਰਪੱਖ ਲੋਕ ਨੇ, ਕਿ ਇਹਨਾਂ ਦਾ ਕਿਸੇ ਕੋਈ ਪਬਲਿਕ ਡੀਲਿੰਗ ਨਹੀਂ ਹੁੰਦੀ, ਤੇ ਜੋ ਵੀ ਚੈਕਿੰਗ ਦੌਰਾਨ ਜੋ ਕਾਰਵਾਈ ਕਰਨਗੇ ਬਿਲਕੁਲ ਨਿਰਪੱਖ ਹੋਊਗੀ। ਇਹ ਟ੍ਰਾਇਲ ਬੇਸ ਤੇ ਆਪਾਂ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨੇ, ਉਹਦੇ ਕਰਕੇ ਵੀ ਹਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ, ਉਸ ਕਰਕੇ ਇਹ ਅਭਿਆਨ ਚਲਾਇਆ ਗਿਆ। ਤੇ ਆਗਾਮੀ ਜਾਰੀ ਰਹੂਗਾ ਜੀ? ਜੀ ਹਾਂ, ਇਹ ਟਾਈਮ ਟਾਈਮ ਅਸੀਂ ਇਹਨੂੰ ਕੈਰੀ ਆਨ ਕਰਾਂਗੇ। ਐਸਐਸਪੀ ਸਾਹਿਬ ਦਾ BSF ਦੇ ਜਿਹੜੇ ਅਫਸਰ ਨੇ, ਹੋਰ ਸੀਨੀਅਰ ਅਫਸਰ ਨੇ, ਉਹਨਾਂ ਨਾਲ ਟਾਈ ਅਪ ਕਰਕੇ ਇਹ ਟਾਈਮ ਟੂ ਟਾਈਮ ਅੱਗੇ ਫਿਰ ਦੁਬਾਰਾ ਕੈਰੀ ਆਨ ਕੀਤਾ ਜਾਊਗਾ। ਅੱਜ ਕਿਹੜੇ ਇਲਾਕੇ ਦੀ ਜਿਹੜੀ ਸਰਚ ਅਭਿਆਨ ਕੀਤਾ ਗਿਆ ਜੀ? ਅੱਜ ਵੱਖਰੇ ਚੌਂਕਾਂ, ਜਿਵੇਂ ਘੰਟਾਘਰ ਚੌਂਕ ਵੀ ਕੀਤਾ ਗਿਆ, ਐਮਆਰ ਚੌਂਕ ਤੋਂ ਲੈ ਕੇ ਵੱਖਰੇ ਬਾਜ਼ਾਰਾਂ 'ਚ ਫਲੈਗ ਮਾਰਚ ਕੱਢਿਆ ਗਿਆ। ਹੁਣ ਅਸੀਂ ਸ਼ਾਮ ਤੱਕ ਫਿਰ ਸ਼ਹਿਰ ਏਰੀਆ ਸਾਰਾ ਅਸੀਂ ਕਵਰ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮਾਪਤੀ ਮੌਕੇ ਨਿਹੰਗ ਸਿੰਘਾਂ ਵੱਲੋਂ ਕੱਡੇ ਮੁਹੱਲੇ ਵਿੱਚ ਖੇਡੇ ਗਏ ਮਾਰਸ਼ਲ ਆਰਟ ਤੇ ਘੋੜਿਆਂ ਦੇ ਕਰਤੱਵ ਦਿਖਾਉਣ ਦੇ ਮੌਕੇ ਗੁਰਦੁਆਰਾ ਸੰਤ ਘਾਟ ਦੇ ਨੇੜੇ ਇੱਕ ਘੋੜੇ ਦੀ ਲਪੇਟ ਵਿੱਚ ਆਉਣ ਨਾਲ ਇੱਕ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ। ਜ਼ਖਮੀ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਸਰਾਈ ਜੱਟਾ ਦੇ ਰੂਪ ਵਿੱਚ ਹੋਈ ਹੈ, ਜੋ ਖੇਡੇ ਜਾ ਰਹੇ ਮੁਹੱਲੇ ਵਿੱਚ ਕਿਸੇ ਘੋੜੇ ਦੀ ਲਪੇਟ ਵਿੱਚ ਆ ਗਿਆ, ਜਿਸ ਦੇ ਛਾਤੀ ਅਤੇ ਲੱਤ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। मैं डॉक्टर गुरविंदर कौर एमरजेंसी मैडिकल ऑफिसर हाँ सिविल हॉस्पिटल सुल्तानपुर लोधी ਦੇ ਵਿੱਚ ਤੇ ਤਕਰੀਬਨ 4 ਵਜੇ ਦੇ ਨਾਲ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਗੁਰਦੀਪ ਸਿੰਘ, ਜੋ ਕਿ ਸਰਾਈ ਜੱਟਾਂ ਤੋਂ ਸੀਗਾ। ਅੱਜ ਘੋੜਿਆਂ ਦੀ ਰੇਸ ਦੇ ਦੌਰਾਨ ਉਹ ਸ਼ਾਇਦ ਉੱਥੇ ਹੀ ਸੀਗਾ ਤੇ ਕੁਝ ਨਿਹੰਗ ਸਿੰਘ ਹੀ ਉਹਨੂੰ ਸਾਡੇ ਕੋਲ ਲੈ ਕੇ ਆਏ ਆ। ਉਹਨਾਂ ਦੇ ਐਕਚੁਅਲੀ ਖੱਬੇ ਬੰਨੇ ਕਹਿ ਰਹੇ ਸੀਗੇ ਕਿ ਕੋਈ ਘੋੜੇ ਨੇ ਉਹਨਾਂ ਨੂੰ ਉੱਪਰ ਦੀ ਲੰਘ ਗਿਆ ਹੈਗਾ ਘੋੜਾ। ਖੱਬੇ ਬੰਨੇ ਛਾਤੀ ਤੇ ਉਹਨਾਂ ਦੇ ਬਲੰਟ ਟਰਾਮਾ ਹੈਗਾ ਆ, ਮਲਟੀਪਲ ਰਿਬਸ ਫ੍ਰੈਕਚਰ ਲੱਗ ਰਹੇ, ਜਿਹਦਾ ਕਰਕੇ ਪੇਸ਼ੈਂਟ ਨੂੰ ਕਾਫੀ ਡਿਫਿਕਲਟੀ ਇਨ ਬਰੀਦਿੰਗ ਹੋ ਰਹੀ ਸੀਗੀ। ਤੇ ਇੱਕ ਉਹਨਾਂ ਦੇ ਖੱਬੇ ਪੈਰ ਦੇ ਉੱਤੇ ਅੱਡੀ ਦੇ ਉੱਪਰ ਸੱਟ ਲੱਗੀ ਹੋਈ ਕਾਫੀ, ਉਹ ਵੀ ਬੋਨ ਟੀਪ ਸੀਗਾ, ਉਹਦੇ ਵੀ ਸਟਿਚਿਸ ਲੱਗੇ ਆ। ਤੇ ਪੇਸ਼ੈਂਟ ਨੂੰ ਫਟਾਫਟ ਅਸੀਂ ਫਸਟ ਏਡ ਦਵਾ ਕੇ ਸਰਜਨਸ ਓਪੀਨੀਅਨ ਕਰਵਾ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨੇੜੇ ਪਿੰਡ ਸੇਖਵਾਂ ਵਿਖੇ ਨੈਸ਼ਨਲ ਹਾਈਵੇ 54 ਬਠਿੰਡਾ ਅੰਮ੍ਰਿਤਸਰ ਰੋਡ ਦੇ ਕਿਨਾਰੇ ਦੱਬਿਆ ਹੋਇਆ ਇੱਕ ਅਣਚੱਲਿਆ ਹੈਂਡ ਗ੍ਰੇਨੇਡ ਮਿਲਿਆ ਹੈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਮੁਖੀ ਹਰਮਨਦੀਪ ਸਿੰਘ ਹੰਸ ਵੱਲੋਂ ਮੌਕੇ ਤੇ ਪੁੱਜ ਕੇ ਛਾਣਬੀਨ ਕੀਤੀ ਗਈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਅਣਚੱਲਿਆ ਹੈਂਡ ਗ੍ਰੇਨੇਡ ਨੈਸ਼ਨਲ ਹਾਈਵੇ ਕਿਨਾਰੇ ਲੱਗੇ ਇੱਕ ਪੌਦੇ ਦੇ ਨਾਲ ਦੱਬਿਆ ਹੋਇਆ ਸੀ ਅਤੇ ਅੱਜ ਜੰਗਲਾਤ ਵਿਭਾਗ ਵੱਲੋਂ ਸੜਕ ਕਿਨਾਰੇ ਲੱਗੇ ਪੌਦਿਆਂ ਦੀ ਗੁਡਾਈ ਕਰਵਾਈ ਜਾ ਰਹੀ ਹੈ। ਤਾਂ ਇੱਕ ਮਜ਼ਦੂਰ ਵੱਲੋਂ ਪੌਦੇ ਦੇ ਆਸ-ਪਾਸ ਕੱਸੀਏ ਨਾਲ ਗੋਡੀ ਕਰਦਿਆਂ ਉਕਤ ਹੈਂਡ ਗ੍ਰੇਨੇਡ ਬਾਹਰ ਨਿਕਲ ਆਇਆ। ਮਜ਼ਦੂਰਾਂ ਵੱਲੋਂ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਅੱਗੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਥਾਣਾ ਸਦਰ ਜ਼ੀਰਾ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਕਾਰਵਾਈ ਆਰੰਭ ਕਰ ਦਿੱਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹੰਸ ਨੇ ਵੀ ਪੁੱਜ ਕੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ। ਪੁਲਿਸ ਸਬ ਡਿਵੀਜ਼ਨ ਜ਼ੀਰਾ ਦੇ ਉਪ ਪੁਲਿਸ ਕਪਤਾਨ ਅਤੁਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਹੈਂਡ ਗ੍ਰੇਨੇਡ ਅਣਚੱਲਿਆ ਹੋਇਆ ਹੈ ਅਤੇ ਉਸ ਦੀ ਪਿੰਨ ਵਗੈਰਾ ਵੀ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਬੰਬ ਨਿਰੋਧਕ ਦਸਤੇ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਦਸਤੇ ਤੇ ਪੁੱਜਣ ਤੇ ਉਸ ਨੂੰ ਨਕਾਰਾ ਕੀਤਾ ਜਾਵੇਗਾ। ਹਾਂਜੀ ਸਰ, ਜੋ ਇੱਕ ਹੈਂਡ ਗ੍ਰੇਨੇਡ ਮਿਲਿਆ ਇੱਥੇ ਖੇਤਾਂ ਦੇ ਵਿੱਚੋਂ, ਉਹਦੇ ਬਾਰੇ ਜਾਣਕਾਰੀ ਦਿਓ। ਇਹ ਸੇਖਵਾਂ ਪਿੰਡ ਹੈਗਾ, ਜੀਰੇ ਦੇ ਵਿੱਚ ਪੈਂਦਾ, ਸਦਰ ਥਾਣੇ ਦੇ ਵਿੱਚ। ਤੇ ਇੱਥੇ ਜਿਹੜੇ ਫੋਰੈਸਟ ਵਾਲੇ ਸੀਗੇ ਉਹ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੀ ਖੁਦਾਈ ਦੇ ਵਿੱਚ ਇੱਕ ਛੋਟਾ ਜਿਹਾ ਬਾਕਸ ਮਿਲਿਆ ਹੈ। ਬਾਕਸ ਦੇ ਵਿੱਚੋਂ ਜਦ ਉਹਨਾਂ ਨੇ ਕਈ ਵਾਰੀ ਵੀ ਹੈ ਉਹ ਗ੍ਰੇਨੇਡ ਜਿਹੜਾ ਸੀਗਾ ਉਹ ਇੱਥੇ ਬਾਹਰ ਗਿਰਿਆ ਸੀ। ਉਹਨਾਂ ਦੀ ਇਨਫੋਰਮੇਸ਼ਨ 'ਤੇ ਅਸੀਂ ਇੱਥੇ ਆਏ ਸੀ ਦੇਖਣ ਵਾਸਤੇ। ਸਰ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਤੇ ਉਹਨਾਂ ਦੇ ਉੱਪਰ ਜਾਂ ਕੋਈ ਕਿਸੇ ਦੇ ਉੱਪਰ ਸ਼ੱਕ ਇਹਦੇ 'ਚ? ਹਾਂ, ਤਾਂ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਬੰਬ ਡਿਸਪੋਜ਼ਲ ਵਗੈਰਾ ਮੰਗਾਇਆ ਵੀ ਕਿਹੜੀ ਕੰਪਨੀ ਦਾ ਕਿੱਥੋਂ ਦੀ ਆਇਆ ਗਿਆ, ਇਹ ਸਾਰਾ ਪਤਾ ਲੱਗਣ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਜੋ ਆਏਗਾ ਫਿਰ ਤੁਹਾਨੂੰ ਦੱਸਾਂਗੇ। ਓਕੇ ਸਰ। ਦੇਰ ਰਾਤ 9 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੀ ਸੀਤਾਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਨਾਰਾਇਣ ਹੈਂਡਲੂਮ ਦੀ ਦੁਕਾਨ ਤੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਅੱਗ ਨੇ ਦੁਕਾਨ ਦੀਆਂ 3 ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਰ ਰੌਚਕ ਮਾਮਲਾ ਇਹ ਰਿਹਾ ਕਿ ਅੱਗ ਲੱਗਣ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਜਾਣਕਾਰੀ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਮਿਲੀ ਤਾਂ ਉਹ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੇ ਪਹੁੰਚੇ ਤੇ ਦੂਜਿਆਂ ਦੀ ਉਡੀਕ ਨਾ ਕਰਦੇ ਹੋਏ ਖੁਦ ਹੀ ਪਾਣੀ ਦੀ ਪਾਈਪ ਲੈ ਅੱਗ ਬੁਝਾਉਣ ਦੇ ਯਤਨ ਕਰਦੇ ਹੋਏ ਦੁਕਾਨ ਅੰਦਰ ਪਹੁੰਚ ਗਏ, ਜਿਸ ਦੀ ਇਲਾਕਾ
ਅੰਦਰ ਵੱਡੀ ਚਰਚਾ ਹੋਈ ਜਦੋਂ ਕਿ ਇਸ ਅੱਗ ਨੂੰ ਬੁਝਾਉਣ ਲਈ 16 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਬਹੁਤ ਜ਼ਿਆਦਾ ਫੈਲਣ ਕਾਰਨ ਜੀਸੀਬੀ ਦੀ ਸਹਾਇਤਾ ਨਾਲ ਦੁਕਾਨ ਦੇ ਸ਼ਟਰ ਤੋੜੇ ਗਏ। ਇਸ ਅੱਗ ਕਾਰਨ ਦੁਕਾਨ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਤੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।